ਬੋਬੀ ਭਾਈ ਮੈਂ ਇੱਕ ਦੂਜੀ ਸ਼ਾਦੀ ਕਰ ਰਿਹਾ ਵਾਂ ਜਾਂ ਕਰ ਰਹੀ ਹਾਂ। ਪਹਿਲੀ ਸ਼ਾਦੀ ਜਿਹੜੀ ਹੈ ਉਹਦੇ ਤੋਂ ਮੇਰੀ ਸ਼ਰਈ ਤਲਾਕ ਹੋ ਗਈ ਹੈ। ਮੇਰਾ ਜਨਾਬ ਅਲੱਦਗੀ ਅਸੀਂ ਅਲੱਗ ਰਹਿੰਦੇ ਹਾਂ, ਸੈਪਰੇਟ ਹੋ ਗਏ ਹਾਂ। ਔਰ ਜਨਾਬ ਮੈਂ ਅਦਾਲਤ ਦੇ ਵਿੱਚ ਕੇਸ ਕਰਤਾ ਹੈ, ਸੈਪਰੇਸ਼ਨ ਦਾ ਕੇਸ ਮੇਰਾ ਅਦਾਲਤ 'ਚ ਚੱਲ ਰਿਹਾ। ਹੁਣ ਮੈਂ ਸ਼ਾਦੀ ਕਰਨੀ ਹੈ ਅਮਰੀਕਾ, ਜਾਂ ਮੈਨੂੰ ਕੋਈ ਅਮਰੀਕਾ ਲੈ ਕੇ ਜਾ ਰਿਹਾ, ਜਾਂ ਮੈਂ ਅਮਰੀਕਾ ਪਹੁੰਚ ਗਿਆ ਵਾਂ ਜਾਂ ਪਹੁੰਚ ਗਈ ਹਾਂ। ਤੇ ਹੁਣ ਮੈਨੂੰ ਦੱਸੋ ਕਿ ਮੈਨੂੰ ਕਿਹੜੇ ਕਾਗਜ਼ ਚਾਹੀਦੇ ਨੇ, ਮੈਂ ਕਿਸ ਤਰ੍ਹਾਂ ਦੂਜੀ ਸ਼ਾਦੀ ਕਰਾਂ ਤੇ ਕਿਹੜੇ ਕਿਹੜੇ ਸਵਾਲ ਹੋਣੇ ਨੇ। ਇਹ ਸਵਾਲ ਦੇ ਉੱਤੇ ਹੀ ਅੱਜ ਪੂਰਾ ਵੀਡੀਓ ਜਿਹੜਾ ਉਹ ਮੈਂ ਬਣਾਇਆ ਤਾਂ ਕਿ ਤੁਹਾਨੂੰ ਇਹ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏ। ਔਰ ਜਿਹੜੀ ਤੁਸੀਂ ਟੈਕਨੀਕਲ ਗਲਤੀ ਕਰਦੇ ਹੋ ਨਾ, ਭਾਵੇਂ ਤੁਸੀਂ ਜੈਨੂਅਨ ਹੁੰਦੇ ਹੋ, ਤੁਹਾਡਾ ਸਭ ਕੁਝ ਸਹੀ ਹੁੰਦਾ, ਲੇਕਿਨ ਇਸ ਟੈਕਨੀਕਲ ਗਲਤੀ ਦੀ ਵਜ੍ਹਾ ਨਾਲ ਤੁਹਾਡਾ ਨੁਕਸਾਨ ਹੋ ਜਾਂਦਾ। ਉਹ ਗਲਤੀ ਕੀ ਹੈ ਉਹ ਵੀ ਦੱਸਣਾ ਵਾ। ਚੈਨਲ ਨੂੰ ਕਰ ਲਓ ਪਲੀਜ਼ ਫਾਲੋ ਔਰ ਵੀਡੀਓ ਨੂੰ ਆਖਰ ਤੱਕ ਦੇਖੋ। ਹੁਣ ਆਨੇ ਆਪਣੇ ਮੌਜੂ ਤੇ ਦੇਖੋ। ਤੁਸੀਂ ਸ਼ਰਈ ਤਲਾਕ ਦੇ ਦਿੱਤੀ, ਤੁਸੀਂ ਜਨਾਬ ਸੈਪਰੇਟ ਰਹਿੰਦੇ ਹੋ, ਅਲੱਗ ਰਹਿੰਦੇ ਹੋ ਜੀ, ਅਸੀਂ ਹੁਣ ਇਕੱਠਾ ਨਹੀਂ ਰਹਿਣਾ। ਤੁਸੀਂ ਅਦਾਲਤ 'ਚ ਕੇਸ ਕਰਤਾ ਸੈਪਰੇਸ਼ਨ ਦਾ। ਇਹਨਾਂ ਤਿੰਨਾਂ ਚੀਜ਼ਾਂ ਦੀ ਅਮਰੀਕਾ ਦੇ ਕਾਨੂੰਨ 'ਚ ਕੋਈ ਹਸੀਅਤ ਨਹੀਂ ਗੀ। ਅਮਰੀਕਾ ਮੰਨਦਾ ਹੀ ਨਹੀਂ ਇਹਨਾਂ ਨੂੰ। ਅਮਰੀਕਾ ਕਹਿੰਦਾ ਮੈਨੂੰ ਕਾਗਜ਼ ਚਾਹੀਦਾ, ਡਿਵੋਰਸ ਸਰਟੀਫਿਕੇਟ। ਡਿਵੋਰਸ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਹਾਡੀ ਅਮਰੀਕਾ ਦੇ ਕਾਨੂੰਨ 'ਚ ਕੋਈ ਸਿਨ। ਤੁਸੀਂ ਹੁਣ ਕਰਦੇ ਹੋ ਦੂਜੀ ਸ਼ਾਦੀ। ਜਦੋਂ ਤੁਸੀਂ ਜਾਂਦੇ ਹੋ ਗ੍ਰੀਨ ਕਾਰਡ ਅਪਲਾਈ ਕਰਨ, ਉਹ ਡਿਵੋਰਸ ਸਰਟੀਫਿਕੇਟ ਮੰਗਦਾ। ਡਿਵੋਰਸ ਸਰਟੀਫਿਕੇਟ ਨਹੀਂਗਾ, ਤੁਸੀਂ ਸ਼ਾਦੀ ਕਰ ਲਈ, ਤੁਸੀਂ ਫਾਰਗ ਹੋ ਗਏ। ਤੁਹਾਡੀ ਤਾਂ ਇਹ ਸੈਪਰੇਸ਼ਨ ਚੱਲ ਰਹੀ ਹੈ, ਜਾਂ ਤੁਹਾਡੀ ਜ਼ਬਾਨੀ ਕਲਾਮੀ ਤਲਾਕ ਹੋਈ ਹੈ, ਸ਼ਰਈ ਤਲਾਕ ਹੋਈ ਹੈ। ਉਹ ਨਹੀਂ ਮੰਨਦੇ। ਉਹ ਤੇ ਇਹ ਕਹਿੰਦੇ ਨੇ ਜੀ ਸਾਨੂੰ ਕਾਗਜ਼ ਲੈ ਕੇ ਦਿਓ। ਤੁਸੀਂ ਹੁਣ ਆਪਣੀ ਜਗ੍ਹਾ ਤੇ ਸੱਚੇ ਹੋ, ਲੇਕਿਨ ਕਾਗਜ਼ ਨਹੀਂ ਤੁਹਾਡੇ ਕੋਲ ਲਗਾ ਤੇ ਤੁਹਾਡਾ ਕੇਸ ਹੀ ਖਤਮ ਹੋ ਜਾਏਗਾ। ਦੂਸਰੀ ਸਿਚੁਏਸ਼ਨ ਜਿਹੜੀ ਸਾਡੇ ਮੁਲਕਾਂ ਦੇ ਵਿੱਚ ਬਹੁਤ ਹੁੰਦੀ ਹੈ ਕਿ ਅਸੀਂ ਸ਼ਾਦੀ ਕਰ ਲਈ, ਤਲਾਕ ਦੇ ਦਿੱਤੀ, ਸਭ ਕੁਝ ਹੋ ਗਿਆ, ਲੇਕਿਨ ਰਜਿਸਟਰਡ ਨਾ ਕਰਵਾਈ। ਉਹ ਰਜਿਸਟਰਡ ਨਾ ਹੋਣ ਦੀ ਵਜ੍ਹਾ ਨਾਲ ਜਦੋਂ ਤੁਸੀਂ ਅਮਰੀਕਾ ਸ਼ਾਦੀ ਕਰਦੇ ਹੋ, ਇੱਥੇ ਜਦੋਂ ਤੁਸੀਂ ਕਾਗਜ਼ ਅਪਲਾਈ ਕਰਦੇ ਹੋ, ਉਹ ਡਿਵੋਰਸ ਸਰਟੀਫਿਕੇਟ ਹੁੰਦਾ ਕੋਈ ਨਹੀਂ। ਉਹ ਯਾਰ ਡਿਵੋਰਸ ਸਰਟੀਫਿਕੇਟ ਚਾਹੀਦਾ, ਫਟਾਫਟ ਲੈ ਕੇ ਆਓ। ਜਦੋਂ ਤੁਸੀਂ ਜਾਂਦੇ ਹੋ ਆਪਣੇ ਅਦਾਰੇ 'ਚ, ਕਿੱਥੇ ਵੀ ਜਿੱਥੋਂ ਵੀ ਤੁਸੀਂ ਲੈਣਾ ਹੈ, ਉਹ ਕਹਿੰਦਾ ਭਾਈ ਤੂੰ ਤਾਂ ਰਜਿਸਟਰਡ ਹੀ ਨਹੀਂ ਕਰਾਈ, ਮੈਂ ਤਾਂ ਅੱਜ ਦੀ ਡੇਟ 'ਚ ਹੀ ਪਾਵਾਂਗਾ ਹੀ। ਔਰ ਉਹਦੇ ਨਾਲ ਕੀ ਹੁੰਦਾ ਕਿ ਸ਼ਾਦੀ ਤੁਹਾਡੀ ਪਿਛਲੀ ਡੇਟਾਂ ਦੀ ਹੁੰਦੀ ਹੈ, ਡਿਵੋਰਸ ਤੁਹਾਡੀ ਅਗਲੀ ਡੇਟਾਂ ਦੀ ਹੋ ਰਹੀ ਹੁੰਦੀ ਹੈ, ਕੇਸ ਖਤਮ ਹੋ ਗਿਆ, ਕੇਸ ਤੇ ਰਿਫਿਊਜ਼ ਹੋ ਜਾਏਗਾ। ਇਹ ਕੇਸ ਮੇਰੇ ਕੋਲ ਬਹੁਤ ਆਏ ਨੇ। ਹਾਲਾਂਕਿ ਇਹ ਇੱਕ ਰੇਅਰ ਕੰਮ ਹੈ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਔਰ ਬਹੁਤ ਘੱਟ ਹੁੰਦਾ, ਲੇਕਿਨ ਹੈ ਨੇ। ਮੇਰੇ ਕੋਲ ਆਏ ਨੇ ਇਹੋ ਜਿਹੇ ਕੇਸ। ਉਹ ਜੀ ਅਸੀਂ ਕਰਾਈ ਨਹੀਂ ਰਜਿਸਟਰ, ਜੀ ਸਾਡੀ ਸੈਪਰੇਸ਼ਨ ਚੱਲ ਰਹੀ ਸੀ, ਅਸੀਂ ਜ਼ਬਾਨੀ ਕਲਾਮੀ ਦੇ ਦਿੱਤੀ ਸੀ, ਇਸ ਵਾਸਤੇ ਅਸੀਂ ਤਵੱਜੋ ਨਹੀਂ ਦਿੱਤੀ, ਹੁਣ ਅਸੀਂ ਸ਼ਾਦੀ ਕਰ ਲਈਏ, ਹੁਣ ਅਸੀਂ ਫਸ ਗਏ ਹਾਂ। ਤੇ ਇਸ ਵਾਸਤੇ ਜਦੋਂ ਤੁਸੀਂ ਦੂਸਰੀ ਸ਼ਾਦੀ ਕਰਦੇ ਹੋ, ਉਸ ਤੋਂ ਪਹਿਲੇ ਤੁਹਾਡੇ ਕੋਲ ਡਿਵੋਰਸ ਸਰਟੀਫਿਕੇਟ ਹੋਣਾ ਚਾਹੀਦਾ। ਤੁਹਾਡੀ ਸੈਪਰੇਸ਼ਨ ਤੋਂ ਕੋਈ ਹਸੀਅਤ ਨਹੀਂ ਰੱਖਦੀ, ਤੁਹਾਡੀ ਡਿਵੋਰਸ ਹਸੀਅਤ ਰੱਖਦੀ। ਤੁਹਾਡੀ ਜਦੋਂ ਤਲਾਕ ਹੋ ਗਈ ਹੈ, ਕਾਗਜ਼ ਆ ਗਿਆ, ਫਿਰ ਤੁਸੀਂ ਸ਼ਾਦੀ ਕਰਨੀ ਹੋ। ਯਾਦ ਰੱਖੋ ਅਮਰੀਕਾ ਦੀ ਕਈ ਸਟੇਟਾਂ ਦੇ ਵਿੱਚ ਰਿਸਟ੍ਰਿਕਸ਼ਨ ਵੀ ਜੇ ਕਿ ਤੁਸੀਂ ਪਹਿਲੀ ਤਲਾਕ ਦੇਣ ਤੋਂ ਕੁਝ ਅਰਸਾ ਬਾਅਦ ਠਹਿਰ ਕੇ ਦੂਜੀ ਸ਼ਾਦੀ ਕਰਨੀ ਹੈ। ਇਹ ਵੀ ਆਪਣੀ ਸਟੇਟਾਂ 'ਚੋਂ ਚੈੱਕ ਕਰ ਲੈਣ, ਕਿਉਂਕਿ ਸਟੇਟ ਦਾ ਮੈਟਰ ਹੈ, ਮੈਨੂੰ ਹਰ ਸਟੇਟ ਦੇ ਮੈਟਰ ਤੇ ਜ਼ਬਾਨੀ ਯਾਦ ਨਹੀਂ ਹੁੰਦੇ। ਤੇ ਇਹ ਇੱਕ ਇੰਪੋਰਟੈਂਟ ਡਾਕੂਮੈਂਟ ਹੈ। ਅਗਰ ਡਿਵੋਰਸ ਸਰਟੀਫਿਕੇਟ ਨਹੀਂ ਹੈਗਾ ਤੇ ਇਸ ਪੌੜੀ ਤੇ ਨਾ ਚੜ੍ਹਨਾ, ਇਲੀਗਲ ਵੀ ਕੰਮ ਹੋ ਜਾਏਗਾ। ਦੂਸਰੀ ਗੱਲ ਹੈ ਤੁਹਾਡੇ ਫਿਊਚਰ ਵਾਸਤੇ ਵੀ ਖਰਾਬੀ ਹੋ ਸਕਦੀ ਹੈ। ਚੈਨਲ ਨੂੰ ਪਲੀਜ਼ ਫੋਲੋ ਕਰ ਲੈਣਾ। ਥੈਂਕ ਯੂ ਸੋ ਮਚ।